ਵੱਖ-ਵੱਖ ਪੰਜਾਬ ਦੀਆਂ ਜਿੰਨੀਆਂ ਵੀ ਬਾਰ ਕੌਂਸਲਸ ਨੇ ਉਹਨਾਂ ਨੇ ਸਪੋਰਟ ਕੀਤੀ ਹੈ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਸਪੋਰਟ ਹੈ ਕਿਉਂ ਜ਼ਰੂਰੀ ਹੈ ਇਸ ਵੇਲੇ? ਇੱਕ ਕਿਸਾਨ ਨੇ ਇੱਕ ਬੰਦੇ ਨਾਲ ਕੰਟਰੈਕਟ ਕਰ ਲਿਆ, ਇੱਕ ਕੰਪਨੀ ਨਾਲ ਕਾਰਪੋਰੇਟ ਨਾਲ ਕੰਟਰੈਕਟ ਕਰ ਲਿਆ, ਉਹ ਆਪਣੀ ਜ਼ਮੀਨ ਨੂੰ ਨਾ ਤਾਂ ਕਿਤੇ ਗਹਿਣੇ ਕਰ ਸਕਦਾ ਨਾ ਉਹਨੂੰ ਵੇਚ ਸਕਦਾ ਜਿੰਨਾ ਟਾਈਮ ਦਾ ਉਹਦਾ ਕੰਟਰੈਕਟ ਹੈ, ਅਰੇ ਨਾ ਹੀ ਉਹਦੇ ਉੱਪਰ ਕੋਈ ਲੋਨ ਲੈ ਸਕਦਾ। ਪਾਕਿਸਤਾਨ ਦੇ ਵਿੱਚ ਇੱਕ ਸੰਘਰਸ਼ ਹੋਇਆ ਸੀ ਜਿਹੜਾ ਕਿ ਵਕੀਲਾਂ ਨੇ ਕੀਤਾ ਸੀਗਾ, ਔਰ ਉੱਥੋਂ ਦੀ ਜਿਹੜੀ ਕੇਂਦਰ ਸਰਕਾਰ ਸੀਗੀ ਉਹਦਾ ਜਿਹੜਾ ਤਖਤਾ ਪਲਟ ਕਰ ਦਿੱਤਾ ਸੀ। ਹੁਣ ਇਹ ਇਕੱਲਾ ਜਿਹੜਾ ਕਿਸਾਨਾਂ, ਵਕੀਲਾਂ ਦਾ, ਡਾਕਟਰਾਂ ਦਾ ਨਹੀਂ ਹੈ, ਇਹ ਪੂਰੇ ਹਿੰਦੁਸਤਾਨ ਦਾ ਹੋ ਰਿਹਾ ਹੈ। ਤੁਸੀਂ ਛੇਤੀ ਤੋਂ ਛੇਤੀ ਇਸ ਚੀਜ਼ ਨੂੰ ਬਦਲੋ, ਅਦਰਵਾਈਜ਼ ਜਿਹੜਾ ਤੁਹਾਡਾ ਪਲਟਾ ਵੱਜਣਾ ਜ਼ਰੂਰੀ ਹੈ। ਵੀ ਜਿਹੜੀਆਂ ਸਰਕਾਰਾਂ ਨੇ ਉਹ ਲੋਕ ਮਾਰੂ ਨੀਤੀਆਂ ਬਣਾ ਰਹੀਆਂ ਨੇ, ਕਨਸਟੀਟਿਊਸ਼ਨ ਦੀ ਵਾਇਲੇਸ਼ਨ ਦਾ ਪਹਿਲੇ ਦਿਨ ਤੋਂ ਕਰਦੇ ਆਏ ਨੇ। ਜਿਹੜੀ ਕਨਕਰੈਂਟ ਲਿਸਟ ਹੈ, ਕਨਕਰੈਂਟ ਲਿਸਟ ਦੇ ਵਿੱਚ ਕਦੇ ਵੀ ਇਹ ਜਿਹੜਾ ਹੈਗਾ ਮੁੱਦਾ ਹੈ ਹੀ ਨਹੀਂ ਸੀ, ਜਿਹਨੂੰ ਇਹ ਬਣਾ ਕੇ ਇਹ ਉਹਦੇ ਉੱਪਰ ਕਾਨੂੰਨ ਬਣਾ ਰਹੇ ਨੇ। ਆਉਣ ਵਾਲੇ 6 ਮਹੀਨਿਆਂ 'ਚ ਆਪਾਂ ਨੂੰ 100 ਰੁਪਏ ਕਿਲੋ ਆਟਾ ਲੈਣਾ ਪਏਗਾ। ਉਹੀ ਆਪਾਂ ਮੱਕੀ ਵੇਚਦੇ ਆ 1500 ਰੁਪਏ ਕੁਇੰਟਲ ਵਿਕਦੀ ਹੈ ਤੇ 150 ਰੁਪਏ ਕਿਲੋ ਆਪਾਂ ਨੂੰ ਕੰਜ਼ਿਊਮਰ ਪ੍ਰੋਡਕਟ ਹੈ। ਅਲਟੀਮੇਟਲੀ ਕੰਜ਼ਿਊਮਰ ਨੂੰ ਇਫੈਕਟ ਪੈ ਰਿਹਾ ਹੈ ਤੇ ਦਲਾਲਾਂ ਨੇ ਹੀ ਵਿੱਚੋਂ ਪੈਸਾ ਖਾਣਾ ਹੈ। ਡੈਮੋਕ੍ਰੈਟਿਕਲ ਗਵਰਨਮੈਂਟ ਦੇ ਵਿੱਚ ਕਦੀ ਵੀ ਆਮ ਨੇਸ਼ਨ ਦੇ ਲੋਕਾਂ ਨਾਲ ਐਵੇਂ ਧੱਕਾ ਨਹੀਂ ਕੀਤਾ ਜਾਂਦਾ ਜਿਵੇਂ ਅੱਜ ਹੋ ਰਿਹਾ। ਇਹ ਤਾਂ ਤਾਨਾਸ਼ਾਹੀ ਗਵਰਨਮੈਂਟ ਚੱਲ ਰਹੀ ਹੈ, ਕੋਈ ਮੋਨੋਕ੍ਰੈਟਿਕ ਫਾਰਮ ਆਫ ਗਵਰਨਮੈਂਟ ਨਹੀਂ ਗੀ। ਆਲ ਓਵਰ ਇੰਡੀਆ ਜਦ 10 ਸਾਲ ਦਾ ਤੁਸੀਂ ਮਾਈਗ੍ਰੇਸ਼ਨ ਰੇਟ ਦੇਖੋ ਕਿ ਲੋਕ ਬਾਹਰ ਜਾ ਰਹੇ ਨੇ, ਇਕੱਲੇ ਪੰਜਾਬ ਨਹੀਂ ਜਾ ਰਿਹਾ, ਹਰਿਆਣਾ ਨਹੀਂ ਜਾ ਰਿਹਾ, ਆਲ ਓਵਰ ਇੰਡੀਆ ਦਾ ਸਰ ਉਹਦੀ ਗਰੋਥ ਰੇਟ ਦੇਖੋ, ਫਿਰ ਪਤਾ ਲੱਗੇਗਾ ਕਿ ਸਰਕਾਰਾਂ ਦੀਆਂ ਨੀਤੀਆਂ ਕੀ ਕਰ ਰਹੀਆਂ ਵੀ। ਜੇਕਰ ਸ਼ਾਂਤਮਈ ਤਰੀਕੇ ਨਾਲ ਜੇਕਰ ਪ੍ਰੋਟੈਸਟ ਕੀਤਾ ਜਾ ਰਿਹਾ, ਬਿਨਾਂ ਹਥਿਆਰਾਂ ਤੋਂ ਕੀਤਾ ਜਾ ਰਿਹਾ, ਉਹ ਕਿਹੜੇ ਪਾਸੇ ਦੇ ਅੱਤਵਾਦੀ ਦਿਸਦੇ ਇਹਨਾਂ ਨੂੰ? ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ, ਟਿੱਕਰੀ ਬਾਰਡਰ ਤੇ ਮੌਜੂਦ ਹਾਂ ਤੇ ਕਿਸਾਨੀ ਸੰਘਰਸ਼ ਜਾਰੀ ਹੈ। ਇੱਕ ਤਸਵੀਰ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਕਿ ਕਿਸਾਨ ਵਕੀਲ ਏਕਤਾ ਜ਼ਿੰਦਾਬਾਦ ਬਾਰ ਐਸੋਸੀਏਸ਼ਨ ਗੁਰੂ ਹਰਸਹਾਏ ਫਿਰੋਜ਼ਪੁਰ, ਮਤਲਬ ਜਿਹੜਾ ਵਕੀਲ ਭਾਈਚਾਰਾ ਹੈ ਉਹ ਵੀ ਕਿਸਾਨਾਂ ਦੇ ਪੂਰੀ ਤਰ੍ਹਾਂ ਨਾਲ ਹੈ। ਗੱਲਬਾਤ ਕਰਦੇ ਆ, ਬਾਈ ਜੀ ਹੋਰੀ ਟਿੱਕਰੀ ਬਾਰਡਰ ਤੇ ਮੌਜੂਦ ਨੇ। ਆਪਾਂ ਜੀ ਕੀ ਨਾਮ ਹੈ, ਤੁਸੀਂ ਕਿੱਥੋਂ ਆਏ ਹੋ? ਸਰ ਐਡਵੋਕੇਟ ਤਰੁਣ ਮੋਂਗਾ ਮੇਰਾ ਨਾਮ ਹੈ। ਮੈਂ ਗੁਰੂ ਹਰਸਾਏ ਦੀ ਬਾਰ ਵੱਲੋਂ ਇੱਥੇ ਆਇਆ ਹੋਇਆ ਤੇ ਸਾਡਾ ਇਹ ਤੀਜਾ ਜੱਥਾ ਹੈ ਜਿਹੜਾ ਕਿ ਮਤਲਬ ਸੰਘਰਸ਼ ਸ਼ੁਰੂ ਹੋਣ ਦੇ ਨਾਲ ਹੀ ਸਾਡਾ ਜੱਥਾ ਇੱਥੇ ਆ ਗਿਆ ਸੀਗਾ ਤੇ ਉਦੋਂ ਬਾਅਦ ਅਸੀਂ ਲਗਾਤਾਰ ਜਿਹੜੇ ਮੈਂਬਰ ਹੈ ਉਹ ਜਿਹੜੇ ਬਦਲੀ ਕਰਕੇ ਜਿਹੜੇ ਉਹ ਆ ਰਹੇ ਆ ਤੇ ਜਾ ਰਹੇ ਆ। ਲਗਾਤਾਰ ਤੁਸੀਂ ਸਪੋਰਟ ਕਰ ਰਹੇ ਹੋ, ਮੈਨੂੰ ਲੱਗਦਾ ਕਿ ਚੰਡੀਗੜ੍ਹ ਬਾਰ ਕੌਂਸਲ ਹੋਵੇ ਜਾਂ ਵੱਖ-ਵੱਖ ਪੰਜਾਬ ਦੀਆਂ ਜਿੰਨੀਆਂ ਵੀ ਬਾਰ ਕੌਂਸਲਸ ਨੇ ਉਹਨਾਂ ਨੇ ਸਪੋਰਟ ਕੀਤੀ ਹੈ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਸਪੋਰਟ ਹੈ ਕਿਉਂ ਜ਼ਰੂਰੀ ਹੈ ਇਸ ਵੇਲੇ? ਦੇਖੋ ਜੀ, ਜੇ ਆਪਾਂ ਇੱਕ ਗੱਲ ਕਰੀਏ ਅੱਜ ਦੇ ਟਾਈਮ ਦੀ, ਤੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਪਹਿਲਾਂ ਇਹ ਦੇਖਣਾ ਕਿ ਆਪਾਂ ਜਿਉਂਦੇ ਕਿੱਥੋਂ ਆ। ਸਭ ਤੋਂ ਜ਼ਿਆਦਾ ਜ਼ਰੂਰੀ ਆਪਾਂ ਨੂੰ ਅਨਾਜ ਹੈ ਜੀ, ਉਹਦੇ ਤੋਂ ਬਿਨਾਂ ਆਪਾਂ ਜੀ ਨਹੀਂ ਸਕਦੇ। ਤੇ ਕਿਸਾਨਾਂ ਮਾਰੂ ਨੀਤੀਆਂ ਜੀ ਸਰਕਾਰ ਦੀਆਂ ਨੇ ਨਾ, ਇਹ ਖਤਮ ਹੀ ਨਹੀਂ ਹੋਣ ਤੇ ਆ ਰਹੀਆਂ। ਜੇ ਆਪਾਂ ਗੱਲ ਕਰੀਏ ਆਜ਼ਾਦੀ ਤੋਂ ਪਹਿਲਾਂ, ਆਜ਼ਾਦੀ ਜਦੋਂ ਹੋਈ ਉਦੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਇੱਕ ਸਰਪਲਸ ਜਿਹੜਾ ਐਕਟ ਸੀਗਾ, ਸਰਪਲਸ ਜਿਹੜੀ ਲੈਂਡ ਸੀਗੀ ਉਹਨੂੰ ਇਹਨਾਂ ਨੇ ਲੋਕਾਂ ਕੋਲੋਂ ਛਡਵਾ ਲਿਆ। ਉਹ ਲੈਂਡ ਜਿਹੜੀ ਹੈਗੀ ਇਹਨਾਂ ਨੇ ਡਿਵਾਈਡ ਕਰ ਦਿੱਤੀ। ਠੀਕ ਹੈ ਜੀ, ਪਹਿਲਾਂ ਤਾਂ ਲੋਕਾਂ ਨੂੰ ਉਦੋਂ ਇਹਨਾਂ ਨੇ ਮਾਰਿਆ। ਠੀਕ ਹੈ ਜੀ, ਤੇ ਜੇ ਅੱਜ ਦੀ ਗੱਲ ਕਰਦੇ ਆ, ਇਹ ਲੋਕ ਮਾਰੂ ਨੀਤੀਆਂ ਲੈ ਕੇ ਆਏ ਨੇ। ਠੀਕ ਹੈ, ਇਹ ਸਾਰੇ ਕੀ ਕਰਦੇ ਪਏ ਨੇ ਕਿ ਜਦੋਂ ਇਹ ਐਗਰੀਮੈਂਟ ਦਾ ਜਿਹੜਾ ਕੰਟਰੈਕਟ ਬਿੱਲ ਹੈਗਾ ਇਹਦੇ ਵਿੱਚ, ਉਹਦੇ ਵਿੱਚ ਕੀ ਸਪੈਸੀਫਾਈ ਕੀਤਾ ਹੋਇਆ ਹੈ ਕਿ ਜੋ ਕਾਰਪੋਰੇਟ ਤੁਹਾਡੇ ਤੋਂ ਤੁਹਾਡੀ ਜ਼ਮੀਨ, ਠੀਕ ਹੈ, ਤੁਹਾਡੇ ਨਾਲ ਕੰਟਰੈਕਟ ਕਰ ਲੈਂਦਾ ਹੈ, ਉਹਦੇ ਵਾਸਤੇ ਫੈਸਿਲਿਟੀਜ਼ ਓਪਨ ਹੋ ਜਾਂਦੀਆਂ। ਉਹ ਕੀ ਹੋ ਜਾਂਦੀਆਂ ਕਿ ਪਹਿਲਾਂ ਤਾਂ ਉਹ ਬੰਦਾ ਤੁਹਾਡੀ ਜ਼ਮੀਨ ਦੇ ਫਰਦ ਦੇ ਉੱਪਰ ਲੋਨ ਲੈ ਸਕਦਾ, ਤੇ ਜਦੋਂ ਇੱਕ ਕਿਸਾਨ ਨੇ ਇੱਕ ਬੰਦੇ ਨਾਲ ਕੰਟਰੈਕਟ ਕਰ ਲਿਆ, ਇੱਕ ਕੰਪਨੀ ਨਾਲ ਕਾਰਪੋਰੇਟ ਨਾਲ ਕੰਟਰੈਕਟ ਕਰ ਲਿਆ, ਉਹ ਆਪਣੀ ਜ਼ਮੀਨ ਨੂੰ ਨਾ ਤਾਂ ਕਿਤੇ ਗਹਿਣੇ ਕਰ ਸਕਦਾ ਨਾ ਉਹਨੂੰ ਵੇਚ ਸਕਦਾ ਜਿੰਨਾ ਟਾਈਮ ਦਾ ਉਹਦਾ ਕੰਟਰੈਕਟ ਹੈ, ਅਰੇ ਨਾ ਹੀ ਉਹਦੇ ਉੱਪਰ ਕੋਈ ਲੋਨ ਲੈ ਸਕਦਾ। ਬਿਲਕੁਲ ਠੀਕ ਹੈ। ਇਹ ਲੱਗਦਾ ਕਿ ਜਿਹੜੀਆਂ ਜ਼ਮੀਨਾਂ ਖੋਹਣ ਵਾਲੀ ਗੱਲ ਹੈ ਕਿ ਸਾਡੀਆਂ ਜ਼ਮੀਨਾਂ ਕਾਰਪੋਰੇਟਾਂ ਕੋਲ ਚਲੇ ਜਾਣਗੀਆਂ, ਅਸੀਂ ਮੁਜ਼ਾਹਰੇ ਬਣ ਜਾਾਂਗੇ, ਤਾਂ ਹੀ ਇਹ ਵੱਡਾ ਸੰਘਰਸ਼ ਚੱਲ ਰਿਹਾ। ਤੇ ਉਹੀ ਹੈ ਜੀ, ਬਿਲਕੁਲ। ਹੋਰ ਕਾਦੇ ਵਾਸਤੇ ਆਏ? ਅਸੀਂ ਵਕੀਲ ਆ। ਇਹ ਲੋਕ ਕਹਿ ਰਹੇ ਨੇ ਕਿ ਇੱਥੇ ਅੱਤਵਾਦੀ ਪਹੁੰਚੇ ਹੋਏ ਨੇ, ਇੱਥੇ ਜਿਹੜੇ ਲੋਕ ਨੇ ਉਹ ਅਨਪੜ੍ਹ ਆਏ ਹੋਏ ਨੇ। ਅਸੀਂ ਇੱਕ ਆਪਦੀ ਬਾਰ ਐਸੋਸੀਏਸ਼ਨ ਵੱਲੋਂ ਪੱਕਾ ਮੋਰਚਾ ਲਾ ਕੇ ਇਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇੱਥੇ ਉਹ ਲੋਕ ਆਏ ਹੋਏ ਨੇ ਜਿਹੜੇ ਆਪਣੀਆਂ ਜ਼ਮੀਨਾਂ ਨੂੰ, ਆਪਣੀ ਕਿਸਾਨੀ ਨੂੰ ਪਿਆਰ ਕਰਦੇ ਨੇ, ਕਿਉਂਕਿ ਕਿਸਾਨੀ ਦੇ ਨਾਲ ਹੀ ਸਾਡਾ ਜੀਵਨ ਹੈ। ਬਿਲਕੁਲ। ਕੀ ਨਾਮ ਸਰ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਐਡਵੋਕੇਟ ਸੁਖਚੈਨ ਸਿੰਘ ਸੋਢੀ ਹੈ ਔਰ ਮੈਂ ਬਾਰ ਐਸੋਸੀਏਸ਼ਨ ਗੁਰੂ ਹਰਸਾਏ ਦਾ ਐਕਸ ਪ੍ਰੈਜ਼ੀਡੈਂਟ ਹਾਂ। ਜਿਸ ਢੰਗ ਦੇ ਨਾਲ ਇੱਥੇ ਕਿਹਾ ਗਿਆ ਸਰਕਾਰਾਂ ਦੇ ਵੱਲੋਂ ਕਿ ਇੱਥੇ ਤਾਂ ਗੁੰਮਰਾਹ ਕਰਕੇ ਲੋਕ ਲਿਆਏ ਗਏ, ਵਰਗਲਾ ਕੇ ਲੋਕ ਲਿਆਏ ਗਏ, ਉਹਨਾਂ ਨੂੰ ਪਤਾ ਨਹੀਂ ਹੈਗਾ ਖੇਤੀ ਕਾਨੂੰਨਾਂ ਦਾ, ਕੀ ਕਹਿਣਾ ਚਾਹੁੰਦੇ ਹੋ? ਇਹ ਤਾਂ ਨੀਤੀਆਂ ਨੇ ਜੀ, ਸਰਕਾਰ ਨੂੰ ਇਹ ਹੈ ਵੀ ਫੁੱਟ ਪਾਈ ਜਾਵੇ, ਲੇਕਿਨ ਅੱਜ ਕੱਲ੍ਹ ਦਾ ਕਿਸਾਨ ਜਿਹੜਾ ਉਹ ਪੜ੍ਹਿਆ ਲਿਖਿਆ ਹੋ ਗਿਆ। ਅਸੀਂ ਵੀ ਕਿਸਾਨ ਦੇ ਪੁੱਤਰ ਹਾਂ,
ਪੜ੍ਹੇ ਲਿਖੇ ਹਾਂ, ਸਾਨੂੰ ਵੀ ਨੌਲੇਜ ਹੈ। ਇੱਥੇ PhD ਡਾਕਟਰ ਕੋਈ ਵੀ ਇਹੋ ਜਿਹਾ ਵਰਗ ਨਹੀਂ ਹੈਗਾ ਜਿਹੜਾ ਇਸ ਸੰਘਰਸ਼ ਨੂੰ ਸਪੋਰਟ ਨਹੀਂ ਕਰ ਰਿਹਾ। ਹੁਣ ਇਹ ਕਿਸਾਨ ਦਾ ਸੰਘਰਸ਼ ਨਹੀਂ ਰਹਿ ਗਿਆ, ਸਗੋਂ ਇੱਕ ਜਨ ਜਿਹੜਾ ਹੈ ਅੰਦੋਲਨ ਬਣ ਗਿਆ ਔਰ ਜਿੰਦੇ ਵਿੱਚ ਹਰ ਵਰਗ ਸ਼ਾਮਲ ਹੋ ਰਿਹਾ। ਔਰ ਮੈਂ ਇਹੀ ਕਹਾਂਗਾ ਕਿ ਮੋਦੀ ਸਾਹਿਬ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਨਿਬੇੜੋ। ਅਦਰਵਾਈਜ਼ ਜਿਵੇਂ ਤੁਸੀਂ ਹਰਿਆਣੇ ਦਾ ਹਾਲ ਦੇਖ ਲਿਆ, ਤੁਹਾਡੇ ਇਲੈਕਸ਼ਨਾਂ ਦੇ ਵਿੱਚ ਬੁਰਾ ਹਾਲ ਹੋਇਆ, ਉਵੇਂ ਜਿਵੇਂ ਇਸ ਤੋਂ ਇਲਾਵਾ 19 ਪਾਰਟੀਆਂ ਤੁਹਾਡੀਆਂ ਟੁੱਟ ਚੁੱਕੀਆਂ ਜਿਨ੍ਹਾਂ ਨਾਲ ਤੁਸੀਂ ਆਪਦੇ ਗੱਠਜੋੜ ਕਰਕੇ ਸਰਕਾਰਾਂ ਬਣਾਈਆਂ ਸੀਗੀਆਂ। ਹੁਣ ਇਹੀ ਹੈ ਵੀ ਜਿੰਨੀ ਜਲਦੀ ਹੋ ਸਕਦਾ ਇਸ ਚੀਜ਼ ਨੂੰ ਖਤਮ ਕਰੋ, ਤਿੰਨੇ ਕਾਨੂੰਨ ਰੱਦ ਕਰੋ। ਅਦਰਵਾਈਜ਼ ਜਿਹੜਾ ਜਿਵੇਂ ਪਾਕਿਸਤਾਨ ਦੇ ਵਿੱਚ ਇੱਕ ਸੰਘਰਸ਼ ਹੋਇਆ ਸੀ ਜਿਹੜਾ ਕਿ ਵਕੀਲਾਂ ਨੇ ਕੀਤਾ ਸੀਗਾ ਔਰ ਉੱਥੋਂ ਦੀ ਜਿਹੜੀ ਕੇਂਦਰ ਸਰਕਾਰ ਸੀਗੀ ਉਹਦਾ ਜਿਹੜਾ ਤਖਤਾ ਪਲਟ ਕਰ ਦਿੱਤਾ ਸੀ। ਹੁਣ ਇਹ ਇਕੱਲਾ ਜਿਹੜਾ ਕਿਸਾਨਾਂ, ਵਕੀਲਾਂ ਦਾ, ਡਾਕਟਰਾਂ ਦਾ ਨਹੀਂ ਹੈ, ਇਹ ਪੂਰੇ ਹਿੰਦੁਸਤਾਨ ਦਾ ਹੋ ਰਿਹਾ ਹੈ। ਤੁਸੀਂ ਛੇਤੀ ਤੋਂ ਛੇਤੀ ਇਸ ਚੀਜ਼ ਨੂੰ ਬਦਲੋ, ਅਦਰਵਾਈਜ਼ ਜਿਹੜਾ ਤੁਹਾਡਾ ਪਲਟਾ ਵੱਜਣਾ ਜ਼ਰੂਰੀ ਹੈ। ਖੇਤੀ ਜਿਵੇਂ ਹੁਣ ਤੁਸੀਂ ਕਾਨੂੰਨੀ ਮਾਹਰ ਹੋ, ਤਾਂ ਹੋਇਆ ਕਿ ਹਰਿਆਣਾ ਦੇ ਵਿੱਚ ਮਨੋਹਰ ਲਾਲ ਖੱਟੜ CM ਦਾ ਵਿਰੋਧ ਹੋਇਆ ਤਾਂ 13 ਲੋਕਾਂ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਗਿਆ। ਕਿੰਨਾ ਕੁ ਸਹੀ ਆ ਕਾਨੂੰਨ ਮੁਤਾਬਕ, ਕਿੰਨਾ ਕੁ ਗਲਤ ਹੈ? ਉਹ ਤਾਂ ਇੱਕ ਧੱਕਾ ਹੈ, ਨਜਾਇਜ਼ ਧੱਕਾ ਹੈ। 307 ਦੀ ਧਾਰਾ ਲਾਈ ਗਈ ਹੈ ਉਹਨਾਂ ਤੇ, ਕਿਸੇ ਤਰ੍ਹਾਂ ਦੀ 307 ਦਾ ਤੁਸੀਂ ਉਹ ਵੀਡੀਓ ਵੀ ਦੇਖੋ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਇਹੋ ਜਿਹਾ ਕੋਈ ਵੀ ਐਕਸ਼ਨ ਕਿਸਾਨਾਂ ਵੱਲੋਂ ਨਹੀਂ ਲਿਆ ਗਿਆ ਸੀ, ਪੀਸਫੁਲੀ ਸੀ। ਕਾਲੀਆਂ ਝੰਡੀਆਂ ਦਿਖਾਉਣਾ ਕੋਈ ਇਰਾਦਾ ਕਤਲ ਹੁੰਦਾ? ਬਿਲਕੁਲ ਨਹੀਂ ਹੈ ਜੀ, ਬਿਲਕੁਲ ਨਹੀਂ ਹੈ। ਇਹ ਤਾਂ ਸਿਰਫ ਇੱਕ ਜਿਹੜਾ ਉਹਨਾਂ ਦੇ ਪ੍ਰੈਸ਼ਰਾਈਜ਼ ਕੀਤਾ ਗਿਆ, ਉਹਨਾਂ ਦੇ ਲੀਡਰਾਂ ਨੂੰ ਜਿਹੜਾ ਤਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਹ ਦੂਸਰੇ ਲੋਕ ਵੀ ਡਰਨ। ਅਦਰਵਾਈਜ਼ ਜਿਹੜਾ 307 ਦੀ ਉਸ ਕੇਸ ਦੇ ਵਿੱਚ ਕੋਈ ਇੰਟੈਂਸ਼ਨ ਨਹੀਂ ਸੀ। ਇਸ ਢੰਗ ਦੇ ਨਾਲ ਪਹਿਲਾਂ ਹਰਿਆਣਾ ਦੇ ਵਿੱਚ ਜਦੋਂ ਸਾਡੇ ਮੁੰਡੇ, ਸਾਡੇ ਨੌਜਵਾਨ ਕਿਸਾਨ ਆਏ ਤਾਂ ਬੈਰੀਕੇਡ ਤੋੜੇ, ਉਦੋਂ ਵੀ ਇਹੀ ਕੁਝ ਹੋਇਆ। ਈਵਨ ਕਿ ਕਤਲ ਦੀਆਂ ਧਾਰਾਵਾਂ ਤੱਕ ਲਾ ਦਿੱਤੀਆਂ ਗਈਆਂ। ਮੁੰਡਾ ਨਵਦੀਪ ਹੈ ਜਿਹਨੇ ਵਾਟਰ ਕੈਨਨ ਦਾ ਮੂੰਹ ਮੋੜਿਆ। ਤਾਂ ਇਹ ਜਿਹੜੇ ਆਪਣੇ ਮੁਤਾਬਕ ਤੁਸੀਂ ਸੰਵਿਧਾਨ ਨੂੰ, ਤੁਸੀਂ ਕਾਨੂੰਨ ਨੂੰ ਕਿਵੇਂ ਵਰਤ ਸਕਦੇ ਹੋ? ਦੇਖੋ ਜੀ, ਇਹ ਸਰਕਾਰਾਂ ਸਭ ਕੁਝ ਕਰਦੀਆਂ ਕੀ ਨੇ ਕਿ ਇਹ ਲੋਕ ਮਾਰੂ ਨੀਤੀਆਂ ਬਣਾਉਂਦੀਆਂ ਨੇ। ਉਹਦਾ ਕੀ ਇਹਨਾਂ ਦਾ ਮਤਲਬ ਹੁੰਦਾ ਹੈ ਕਿ ਅਸੀਂ ਜਿਵੇਂ ਚਾਹੀਏ ਕਨਸਟੀਟਿਊਸ਼ਨ ਨੂੰ ਮੋੜ ਸਕਦੇ ਹਾਂ। ਹੁਣ ਤੁਸੀਂ ਇਸ ਲਈ ਬਿੱਲਾਂ ਦੇ ਵਿੱਚ ਹੀ ਲੈ ਲਓ, 2 ਬਿੱਲ 1 ਅਮੈਂਡਮੈਂਟ ਜੀ। ਐਸੈਂਸ਼ੀਅਲ ਕਮੋਡਿਟੀਜ਼ ਜਿਹੜੀਆਂ ਹੁੰਦੀਆਂ ਨੇ, ਜਿਨ੍ਹਾਂ ਤੋਂ ਬਿਨਾਂ ਬੰਦਾ ਨਹੀਂ ਰਹਿ ਸਕਦਾ, ਲੋੜ ਦੀਆਂ ਜਿਹੜੀਆਂ ਜ਼ਰੂਰਤ ਦੀਆਂ ਜ਼ਰੂਰਤਾਂ ਨੇ, ਠੀਕ ਹੈ। ਤੇ ਕਿਸਾਨ ਦੀ ਪੈਦਾ ਕੀਤੀ ਹੋਈ ਕਣਕ, ਠੀਕ ਹੈ, ਕਿਸਾਨ ਦੀ ਪੈਦਾ ਕੀਤੀ ਹੋਈ ਚਾਵਲ ਜਾਂ ਕੋਈ ਵੀ ਫਸਲ ਕਿਸਾਨ ਪੈਦਾ ਕਰਦਾ ਹੈ, ਉਹ ਖਾਦੇ ਤੋਂ ਬਿਨਾ ਕੋਈ ਬੰਦਾ ਜਿੰਦਾ ਰਹਿ ਸਕਦਾ? ਅਗਰ ਆਪਾਂ ਉਹਨੂੰ ਟ੍ਰੇਡ ਪਰਚੇਜ਼ ਦੇ ਵਿੱਚ ਲੈ ਕੇ ਆਵਾਂਗੇ ਵੀ ਇਹ ਟ੍ਰੇਡ ਪਰਚੇਜ਼ ਹੈ, ਇਹ ਟ੍ਰੇਡ ਐਂਡ ਕਾਮਰਸ ਹੈ, ਸਟੋਰੇਜ ਉਹਦੀ ਖੁੱਲੀ ਕਰਤੀ, ਕਿੰਨੀ ਮਰਜ਼ੀ ਸਟੋਰੇਜ ਕਰ ਦੋ। ਆਪਾਂ ਜੇ ਇਹ ਇਕਨੋਮਿਕਸ ਦਾ ਇੱਕ ਛੋਟਾ ਜਿਹਾ ਲਾਵਾ ਹੈ ਜੀ, ਠੀਕ ਹੈ, ਡਿਮਾਂਡ ਤੇ ਸਪਲਾਈ। ਜੇ ਮਾਰਕੀਟ ਦੇ ਵਿੱਚ ਡਿਮਾਂਡ ਵਧੇਗੀ, ਪ੍ਰੋਡਕਟ ਦਾ ਜਿਹੜਾ ਹੈਗਾ ਪ੍ਰਾਈਸ ਉਹ ਨੀਚੇ ਆਏਗਾ। ਔਰ ਇਹ ਕੀ ਕੀਤਾ ਇਹਨਾਂ ਨੇ, ਸਟਾਕਿਸਟ ਬਣਾ ਦਿੱਤੇ ਨੇ। ਅਡਾਨੀਆਂ ਦੇ ਸਾਈਲੋਸ ਲੈ ਲਓ, ਕੋਈ ਵੀ ਲੈ ਲਓ, ਠੀਕ ਹੈ। ਆਪਾਂ ਕਾਰਪੋਰੇਟ ਘਰਾਣੇ ਦੀ ਗੱਲ ਕਰਦੇ, ਕਿਸੇ ਨੂੰ ਗੱਲ ਨਹੀਂ ਕਰਦੇ, ਠੀਕ ਹੈ। ਕਾਰਪੋਰੇਟ ਘਰਾਣੇ ਕੀ ਕਰਨਗੇ, ਜਦੋਂ ਇਹਨਾਂ ਨੇ ਪਰਚੇਜ਼ਿੰਗ ਕਰ ਲਈ, ਬਾਅਦ ਦੇ ਵਿੱਚ ਇਹਨਾਂ ਨੇ ਮਾਰਕੀਟ ਦੀ ਜਿਹੜੀ ਸਪਲਾਈ ਉਹਨਾਂ ਨੇ ਘਟਾ ਦੇਣੀ ਹੈ, ਜਿਹਦੇ ਨਾਲ ਕੀ ਹੋਏਗਾ, ਇਨਕਮ ਜਿਹੜੀ ਉਹਨਾਂ ਦੀ ਵੱਧ ਜਾਏਗੀ ਤੇ ਜਿਹੜੇ ਚੀਜ਼ਾਂ ਦੇ ਪ੍ਰਾਈਸ ਨੇ ਉਹ ਹਾਈਕ ਹੋ ਜਾਣਗੇ। ਤੇ ਉਹਦੇ ਨਾਲ ਇਹ ਨਹੀਂ ਹੈ ਕਿ ਕਿਸਾਨ ਨੂੰ ਫਰਕ ਪਏਗਾ, ਉਹਦੇ ਨਾਲ ਇੱਕ ਪਰਸਨ ਜਿਹੜਾ ਇੱਕ ਜਨ ਮਤਲਬ ਜਿਹੜਾ ਹੈਗਾ ਬੰਦਾ ਪ੍ਰਭਾਵਿਤ ਹੋਏਗਾ। ਤੇ ਆਪਾਂ ਉਹਨੂੰ ਕਿੱਥੇ ਦੇਖਦੇ ਹਾਂ? ਤੇ ਇੱਥੋਂ ਹੀ ਪਤਾ ਲੱਗਦਾ ਵੀ ਜਿਹੜੀਆਂ ਸਰਕਾਰਾਂ ਨੇ ਉਹ ਲੋਕ ਮਾਰੂ ਨੀਤੀਆਂ ਬਣਾ ਰਹੀਆਂ ਨੇ। ਕਨਸਟੀਟਿਊਸ਼ਨ ਦੀ ਵਾਇਲੇਸ਼ਨ ਤਾਂ ਪਹਿਲੇ ਦਿਨ ਤੋਂ ਕਰਦੇ ਆਏ ਨੇ। ਜਦੋਂ ਵੀ ਜੇ ਆਪਾਂ ਗੱਲ ਕਰੀਏ ਜਿਹੜੀ ਕਨਕਰੈਂਟ ਲਿਸਟ ਹੈ, ਕਨਕਰੈਂਟ ਲਿਸਟ ਦੇ ਵਿੱਚ ਕਦੇ ਵੀ ਇਹ ਜਿਹੜਾ ਹੈਗਾ ਮੁੱਦਾ ਹੈ ਹੀ ਨਹੀਂ ਸੀ, ਜਿਹਨੂੰ ਇਹ ਬਣਾ ਕੇ ਇਹ ਉਹਦੇ ਉੱਪਰ ਕਾਨੂੰਨ ਬਣਾ ਰਹੇ ਨੇ। ਸਟੇਟ ਸਬਜੈਕਟ ਹਮੇਸ਼ਾ ਹੀ ਖੇਤੀ ਕਿਹਾ ਜਾਂਦਾ ਹੈ। ਹੋਰ ਵੀ ਨੌਜਵਾਨ ਸਾਡੇ ਨਾਲ ਨੇ, ਕੀ ਨਾਮ ਤੁਹਾਡਾ? ਹਿੰਮਤ ਵੋਰਾ ਜੀ। ਅੱਛਾ, ਕੀ ਕਹਿਣਾ ਚਾਹੁੰਦੇ ਹੋ ਜਿਸ ਢੰਗ ਦੇ ਨਾਲ ਇੱਥੇ ਐਜੀਟੇਸ਼ਨ ਚੱਲ ਰਿਹਾ ਹੈ, ਸਰਕਾਰਾਂ ਮੰਨ ਨਹੀਂ ਰਹੀਆਂ, ਹਾਲੇ ਵੀ ਉਹ ਕਹਿੰਦੇ ਨੇ ਕਿ ਤੁਸੀਂ ਇਹ ਨਾ ਕਹੋ ਕਿ ਖੇਤੀ ਕਾਨੂੰਨ ਰੱਦ ਕਰਵਾਉਣੇ ਨੇ, ਕੋਈ ਹੋਰ ਸ਼ਬਦ ਵਰਤ ਲਓ? ਸਰ, ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗਾ ਜਿੰਨਾ ਇਹ ਪੀਸਫੁਲ ਐਜੀਟੇਸ਼ਨ ਚੱਲ ਰਿਹਾ ਹੈ, ਇਹ ਆਪਣੇ ਰੈਵੋਲੂਸ਼ਨਰੀ ਟਾਈਮ ਤੋਂ ਬਾਅਦ ਪਹਿਲੀ ਵਾਰੀ ਐਡਾ ਵੱਡਾ ਪ੍ਰੋਟੈਸਟ ਹੋਇਆ ਤੇ ਇਸ ਤੋਂ ਵਧੀਆ ਤਰੀਕੇ ਨਾਲ, ਢੰਗ ਨਾਲ ਇਹ ਚੱਲ ਨਹੀਂ ਸਕਦਾ। ਜਿਹੜੇ ਆਪਾਂ ਇੱਕ ਫਾਰਮਰ ਬਿੱਲਾਂ ਦੀ ਗੱਲ ਕਰੀਏ, ਮੇਰੇ ਤੋਂ ਵੱਧ ਸਾਰੇ ਨੌਜਵਾਨ ਵੀਰ ਸਮਝਦਾਰ ਖੜੇ ਨੇ, ਉਹਨਾਂ ਨੇ ਤੁਹਾਨੂੰ ਬੈਟਰ ਐਕਸਪਲੇਨ ਕਰਤਾ ਹੈ। ਬਸ ਮੈਂ ਤੁਹਾਨੂੰ ਇਹੋ ਗੱਲ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਸਿਰਫ ਕਿਸਾਨ ਦਾ ਨਹੀਂ, ਹਰ ਬੰਦੇ ਦਾ ਨੁਕਸਾਨ ਹੈ। ਆਉਣ ਵਾਲੇ 6 ਮਹੀਨਿਆਂ 'ਚ ਆਪਾਂ ਨੂੰ 100 ਰੁਪਏ ਕਿਲੋ ਆਟਾ ਲੈਣਾ ਪਏਗਾ। ਉਹੀ ਆਪਾਂ ਮੱਕੀ ਵੇਖਦੇ ਆ 1500 ਰੁਪਏ ਕੁਇੰਟਲ ਵਿਕਦੀ ਹੈ ਤੇ 150 ਰੁਪਏ ਕਿਲੋ ਆਪਾਂ ਨੂੰ ਕੰਜ਼ਿਊਮਰ ਪ੍ਰੋਡਕਟ ਹੈ। ਅਲਟੀਮੇਟਲੀ ਕੰਜ਼ਿਊਮਰ ਨੂੰ ਇਫੈਕਟ ਪੈ ਰਿਹਾ ਹੈ ਤੇ ਦਲਾਲਾਂ ਨੇ ਹੀ ਵਿੱਚੋਂ ਪੈਸਾ ਖਾਣਾ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਸ ਨੂੰ ਪੂਰੀ ਤਰ੍ਹਾਂ ਰਿਵੋਕ ਕੀਤਾ ਜਾਵੇ, ਇਹਦੇ ਵਿੱਚ ਕੋਈ ਅਮੈਂਡਮੈਂਟ ਨਾ ਲੈ ਕੇ ਆਂਦੀ ਜਾਵੇ ਤਾਂ ਜੋ ਸਾਰੇ ਪਾਸੇ ਲੋਕ ਭਲਾ ਹੋ ਸਕੇ। ਸਰਕਾਰਾਂ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਲੱਗਦਾ ਜਦੋਂ ਲੋਕ ਸੜਕਾਂ ਤੇ ਹੋਣ? ਇੱਕ ਲੋਕਤੰਤਰਿਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਹੋਈਏ ਕਿ ਇਹੋ ਜਿਹਾ ਵਤੀਰਾ ਹੋਣਾ ਚਾਹੀਦਾ ਕਿ ਲੋਕ ਜਿੱਥੇ ਮਰਜ਼ੀ ਪੈਣ, ਸੌਣ, ਠੰਡ 'ਚ ਮਰਨ, ਕੁਝ ਵੀ ਹੋਵੇ? ਫਸਟ ਆਫ ਆਲ ਤਾਂ ਮੈਂ ਕਹਿਣਾ ਚਾਹੂੰਗਾ ਡੈਮੋਕ੍ਰੇਸੀ ਦਾ ਇਹ ਇੱਕ ਪਰਫਾਰਮਾ ਹੀ ਨਹੀਂ ਸੀਗਾ। ਡੈਮੋਕ੍ਰੈਟਿਕਲ ਗਵਰਨਮੈਂਟ ਦੇ ਵਿੱਚ ਕਦੀ ਵੀ
ਆਮ ਨੇਸ਼ਨ ਦੇ ਲੋਕਾਂ ਨਾਲ ਐਵੇਂ ਧੱਕਾ ਨਹੀਂ ਕੀਤਾ ਜਾਂਦਾ ਜਿਵੇਂ ਅੱਜ ਹੋ ਰਿਹਾ। ਇਹ ਤਾਂ ਤਾਨਾਸ਼ਾਹੀ ਗਵਰਨਮੈਂਟ ਚੱਲ ਰਹੀ ਹੈ, ਕੋਈ ਮੋਨੋਕ੍ਰੈਟਿਕ ਫਾਰਮ ਆਫ ਗਵਰਨਮੈਂਟ ਨਹੀਂ ਗੀ। ਆਪਣੇ ਜਿਵੇਂ ਸੰਵਿਧਾਨ ਬਣਾਇਆ ਗਿਆ ਜਿਸ ਅਨੁਸਾਰ ਵੀ ਆਰ ਫॉर द ਨੇਸ਼ਨ। ਜੇ ਆਪਣੀ ਕੋਈ ਆਰਮੀ ਵੀ ਇੱਥੇ ਖੜੀ ਹੈ, ਉਹ ਆਪਣੇ ਸੇਵੀਅਰ ਲਈ ਖੜੀ ਹੈ, ਉਹ ਆਪਣੇ ਤੇ ਅਟੈਕ ਕਰਨ ਲਈ ਨਹੀਂ ਖੜੀ। ਅਸੀਂ ਉਹਨਾਂ ਦੀ ਵੀ ਮਜਬੂਰੀ ਸਮਝਦੇ, ਉਹਨਾਂ ਦੀ ਡਿਊਟੀ ਹੈ, ਇਸ ਲਈ ਅਸੀਂ ਉਹਨਾਂ ਨੂੰ ਗਲਤ ਨਹੀਂ ਦੱਸਦੇ। ਪਰ ਇਹ ਸਰਕਾਰਾਂ ਗਲਤ ਕਾਨੂੰਨ ਬਣਾ ਕੇ, ਗਲਤ ਤਰੀਕੇ ਨਾਲ ਪ੍ਰੈਸ਼ਰਾਈਜ਼ ਕਰਕੇ ਗਲਤ ਨੀਤੀਆਂ ਬਣਾ ਰਹੀਆਂ ਨੇ ਸਾਡੇ ਵਿਚਕਾਰ ਫੁੱਟ ਪਾਉਣ ਦੀ। ਇੰਟਰਨਲ ਰਿਬੇਲੀਅਨ ਆਪਣੇ ਕਾ ਅੱਜ ਕੱਲ੍ਹ ਨਵਾਂ ਕਨਸੈਪਟ ਹੈ ਵੀ ਬਾਹਰੋਂ ਕੋਈ ਅੱਤਵਾਦ ਨਹੀਂ ਆਉਂਦਾ, ਵਿੱਚੇ ਹੀ ਇਹਨਾਂ ਦੇ ਬੰਦੇ ਪਾ ਕੇ ਵਿੱਚੇ ਹੀ ਫੁੱਟ ਪੈਦਾ ਕਰੋ। ਬਿਲਕੁਲ। ਇੱਕ ਸਵਾਲ ਹੋਰ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਹਾਲੇ ਵੀ ਲੱਗਦਾ ਹੈ ਕਿ ਇਹ ਸਿਰਫ ਪਿੰਡਾਂ ਵਾਲੇ ਲੋਕਾਂ ਦਾ, ਕਿਸਾਨਾਂ ਦਾ ਹੀ ਸੰਘਰਸ਼ ਹੈ, ਸ਼ਹਿਰੀ ਇਹ ਤੋਂ ਆਪਣੇ ਨਾਲੋਂ ਵੱਖ ਹੋ ਕੇ ਚੱਲਦੇ ਨੇ ਸ਼ਾਇਦ। ਨਹੀਂ ਜੀ, ਬਿਲਕੁਲ ਨਹੀਂ। ਇੱਥੇ ਅਸੀਂ ਵੀ ਸ਼ਹਿਰੀ ਹਾਂ ਔਰ ਬੇਸਿਕਲੀ ਇੱਥੇ ਦੇਖਿਆ ਜਾਵੇ ਤਾਂ 60 ਤੋਂ 65% ਲੋਕ ਜਿਹੜੇ ਨੇ ਉਹ ਸ਼ਹਿਰੀ ਹੀ ਆ ਰਹੇ ਆ। 40% ਲੋਕ ਜਿਹੜੇ ਨੇ ਉਹ ਪਿੰਡਾਂ ਤੋਂ ਨੇ। ਮੈਜੋਰਟੀ ਜਿਹੜੀ ਇੱਥੇ ਜਿਹੜੀ ਪੜ੍ਹੇ ਲਿਖੇ ਲੋਕਾਂ ਦੀ ਹੈ ਔਰ ਸ਼ਹਿਰਾਂ ਤੋਂ ਜਿਹੜੇ ਬਿਲੋਂਗ ਕਰਦੇ ਨੇ ਉਹਨਾਂ ਦੀ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਜੇਕਰ ਕਿਸਾਨ ਨੂੰ ਨੁਕਸਾਨ ਹੋਏਗਾ ਤਾਂ ਪੂਰੀ ਮਾਰਕੀਟ ਨੂੰ ਨੁਕਸਾਨ ਹੋਣਾ ਹੈ, ਕਿਸੇ ਇੱਕ ਬੰਦੇ ਨੂੰ ਨੁਕਸਾਨ ਨਹੀਂ ਹੋਣਾ। ਜੇਕਰ ਕਿਸਾਨ ਕੋਲੇ ਪੈਸਾ ਆਏਗਾ ਤਾਂ ਪੂਰੀ ਮਾਰਕੀਟ ਦੇ ਵਿੱਚ ਜਾਏਗਾ ਔਰ ਹਰੇਕ ਬੰਦੇ ਦਾ ਬਿਜ਼ਨਸ ਚੱਲੇਗਾ। ਜੇਕਰ ਉਹਨਾਂ ਦਾ ਪੈਸਾ ਮਾਰਕੀਟ ਵਿੱਚ ਨਾ ਆਇਆ ਤਾਂ ਇਹਦੇ ਨਾਲ ਸ਼ਹਿਰੀ ਵਰਗ ਨੂੰ ਉਸ ਤੋਂ ਜ਼ਿਆਦਾ ਇਫੈਕਟ ਪੈਣਾ। ਕਰੋਨਾ ਦੇ ਵਿੱਚ ਜੇ ਸੀਸੀਐਲ ਲਿਮਟ ਆਈ, ਜੇ ਫਸਲ ਵਿਕੀ ਤਾਂ ਉਹ ਪੈਸਾ ਘੁੰਮਿਆ ਤਾਂ ਮਾਰਕੀਟ ਚੱਲੀ। ਇੱਕ ਹੋਰ ਸਵਾਲ ਹੈ ਕਿ ਬੀਜੇਪੀ ਹੁਣ ਵੀ ਪ੍ਰੋਟੈਸਟ ਕਰ ਰਹੀ ਹੈ ਕਈ ਥਾਵਾਂ ਤੇ, ਤਾਂ ਜਿਹੜੇ ਲੋਕ ਉਹਨਾਂ ਦੇ ਨਾਲ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਮੈਂ ਬੀਜੇਪੀ ਦੇ ਨਾਲ ਜਿਹੜੇ ਲੋਕ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਇਹ ਸਲਾਹ ਜਾਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਨਾ ਕਾਨੂੰਨ ਬਣਾਉਣ ਵਾਲੇ ਦਾ, ਠੀਕ ਹੈ, ਕਾਨੂੰਨ ਬਣਾਉਣ ਵਾਲੇ ਦਾ ਚਿਹਰਾ ਦੇਖੀਏ ਕਿ ਉਹਦੇ ਵਿੱਚ ਕਿੰਨਾ ਕੁ ਸੱਚ ਹੈ। ਆਪਾਂ ਟੀਵੀ ਦੀਆਂ ਡਿਬੇਟਸ ਦੇਖਦੇ ਆ, ਠੀਕ ਹੈ ਜੀ, 15 ਲੱਖ ਜੁਮਲਾ ਨਿਕਲਿਆ, ਠੀਕ ਹੈ ਜੀ। ਅੱਗੇ ਆਪਾਂ ਗੱਲ ਕਰੀਏ ਵੀ ਕਿੰਨੇ ਹੀ ਹੋਰ ਘੁਟਾਲੇ ਹੈਗੇ ਨੇ, 2 ਕਰੋੜ ਨੌਕਰੀਆਂ ਸੀਗੀਆਂ ਉਹ ਵੀ 2 ਕਰੋੜ ਨੌਕਰੀਆਂ ਕਿੱਧਰ ਗਈਆਂ ਨੇ, ਠੀਕ ਹੈ। ਇੱਥੇ ਲੋਕ ਜਾ ਰਹੇ ਨੇ ਔਰ ਇੱਕ ਸਭ ਤੋਂ ਵੱਡੀ ਚੀਜ਼ ਆਲ ਓਵਰ ਇੰਡੀਆ ਜਿਹੜੇ 10 ਸਾਲ ਦਾ ਤੁਸੀਂ ਮਾਈਗ੍ਰੇਸ਼ਨ ਰੇਟ ਦੇਖੋ ਕਿ ਲੋਕ ਬਾਹਰ ਜਾ ਰਹੇ ਨੇ, ਕੱਲੇ ਪੰਜਾਬ ਨਹੀਂ ਜਾ ਰਿਹਾ, ਹਰਿਆਣਾ ਨਹੀਂ ਜਾ ਰਿਹਾ, ਆਲ ਓਵਰ ਇੰਡੀਆ ਦਾ ਸਰ ਉਹਦੀ ਗਰੋਥ ਰੇਟ ਦੇਖੋ, ਫਿਰ ਪਤਾ ਲੱਗੇਗਾ ਕਿ ਸਰਕਾਰਾਂ ਦੀਆਂ ਨੀਤੀਆਂ ਕੀ ਕਰ ਰਹੀਆਂ ਪਈਆਂ। ਬਿਲਕੁਲ ਬਿਲਕੁਲ। ਤਾਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਕਿ ਸਰਕਾਰ ਨੂੰ ਮੰਨ ਜਾਣਾ ਚਾਹੀਦਾ, ਆਪਣੇ ਲੋਕ ਨੇ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਤੁਸੀਂ ਸੱਤਾ ਦਾ ਸੁੱਖ ਭੋਗ ਰਹੇ ਹੋ? ਜ਼ਰੂਰੀ ਹੈ ਜੀ, ਬਹੁਤ ਜ਼ਰੂਰੀ ਹੈ। ਕਿਸਾਨ ਇੱਥੇ ਲਗਾਤਾਰ ਅਸੀਂ ਦੇਖਿਆ ਠੰਡ ਦੇ ਵਿੱਚ ਬਜ਼ੁਰਗ ਕਿਸਾਨ, ਬੱਚੇ ਜੋ ਲਗਾਤਾਰ ਇੱਥੇ ਸੰਘਰਸ਼ ਕਰ ਰਹੇ ਆ। ਕਿਸਾਨ ਨੂੰ ਇਸ ਕਰਕੇ ਸਰਕਾਰ ਨੂੰ ਮੰਨ ਜਾਣਾ ਚਾਹੀਦਾ ਹੈ ਔਰ ਇਹ ਨਾ ਹੋਵੇ ਕਿ ਕਿਸਾਨ ਨੂੰ ਆਪਣੇ ਹੱਕ ਲੈਣ ਦੇ ਲਈ ਪੂਰੇ ਹਿੰਦੁਸਤਾਨ ਨੂੰ ਇਕੱਠਾ ਕਰਨਾ ਪਵੇ ਔਰ ਇਹਨਾਂ ਦਾ ਜਿਹੜਾ ਹੈ ਪਲਟਾ ਵੱਜ ਜਾਵੇ। ਇਹਨਾਂ ਨੂੰ ਕੱਲੇ ਕਾਨੂੰਨ ਹੀ ਨਹੀਂ, ਇਹ ਨਾ ਹੋਵੇ ਸੱਤਾ ਤੋਂ ਵੀ ਹੱਥ ਧੋਣਾ ਪੈ ਜਾਵੇ। ਔਰ ਇੱਕ ਚੀਜ਼ ਮੈਂ ਹੋਰ ਗੱਲ ਕਹਿਣਾ ਚਾਹਾਂਗਾ, ਜਿਹੜੀ ਇਸ ਸੰਘਰਸ਼ ਨੂੰ ਕਹਿ ਰਿਹਾ ਵੀ ਇਹ ਪੰਜਾਬੀਆਂ ਦਾ ਸੰਘਰਸ਼ ਹੈ, ਅਸੀਂ ਇਸ ਚੀਜ਼ ਤੇ ਮਾਣ ਕਰਦੇ ਹਾਂ। ਜਦੋਂ ਵੀ ਕੋਈ ਮਾੜਾ ਕਾਨੂੰਨ ਬਣਦਾ ਹੈ ਜਾਂ ਕੋਈ ਕਿਸੇ ਨਾਲ ਧੱਕਾ ਹੁੰਦਾ ਤਾਂ ਪੰਜਾਬੀ ਅੱਗੇ ਲੱਗਦੇ ਆ ਔਰ ਉਸ ਚੀਜ਼ ਦਾ ਜਦੋਂ ਪ੍ਰੋਟੈਸਟ ਸ਼ੁਰੂ ਹੁੰਦਾ ਤਾਂ ਉਹ ਕੱਲਾ ਪੰਜਾਬ ਦਾ ਨਹੀਂ ਰਹਿ ਕੇ ਪੂਰੇ ਹਿੰਦੁਸਤਾਨ ਦਾ ਬਣਦਾ। ਔਰ ਇਹ ਜਿਹੜਾ ਹੁਣ ਪ੍ਰੋਟੈਸਟ ਸ਼ੁਰੂ ਹੋਇਆ ਹਿੰਦੁਸਤਾਨ ਤੋਂ, ਕਿਉਂਕਿ ਪੰਜਾਬੀਅਤ ਕੌਮ ਇੱਕ ਇਹੋ ਜਿਹੀ ਕੌਮ ਹੈ ਜਿਹੜੀ ਸੂਰਮਿਆਂ ਦੀ ਕੌਮ ਹੈ, ਜਿਨ੍ਹਾਂ ਨੇ ਕਦੀ ਵੀ ਕੋਈ ਵੀ ਜਿਹੜਾ ਅਨਿਆਏ ਹੁੰਦਾ ਉਸ ਨੂੰ ਬਰਦਾਸ਼ਤ ਨਹੀਂ ਕੀਤਾ। ਅਸੀਂ ਇਸ ਚੀਜ਼ ਤੋਂ ਮਾਣ ਕਰਦੇ ਹਾਂ ਵੀ ਅਸੀਂ ਪੰਜਾਬੀ ਹਾਂ। ਇਹ ਸਾਨੂੰ ਕਹਿੰਦੇ ਅਸੀਂ ਜਿਹੜੇ ਅੱਤਵਾਦੀ ਹਾਂ। ਜੇਕਰ ਤੁਸੀਂ ਇੱਥੇ ਰੋਜ਼ ਕਵਰੇਜ ਕਰਦੇ ਹੋ, ਇੱਥੇ ਲੰਗਰ ਚੱਲ ਰਿਹਾ, ਲੋਕਾਂ ਨੂੰ, ਗਰੀਬਾਂ ਨੂੰ, ਇੱਥੇ ਹਰੇਕ ਬੰਦੇ ਨੂੰ ਖਾਣ ਵਾਸਤੇ ਰੋਟੀ ਮਿਲ ਰਹੀ ਹੈ, ਕੀ ਇਹ ਅੱਤਵਾਦੀ ਨੇ? ਜੇਕਰ ਸ਼ਾਂਤਮਈ ਤਰੀਕੇ ਨਾਲ ਜੇਕਰ ਪ੍ਰੋਟੈਸਟ ਕੀਤਾ ਜਾ ਰਿਹਾ, ਬਿਨਾਂ ਹਥਿਆਰਾਂ ਤੋਂ ਕੀਤਾ ਜਾ ਰਿਹਾ, ਉਹ ਕਿਹੜੇ ਪਾਸੇ ਦੇ ਅੱਤਵਾਦੀ ਦਿਸਦੇ ਇਹਨਾਂ ਨੂੰ? ਅਸੀਂ ਜੇਕਰ ਇਹਨਾਂ ਨੂੰ ਇਹ ਅੱਤਵਾਦੀ ਦਿਸਦੇ ਆ ਤਾਂ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਵੀ ਜੇ ਇਹਨਾਂ ਅੱਤਵਾਦੀਆਂ ਨੇ ਆਪਦਾ ਅਸਲੀ ਰੂਪ ਧਾਰ ਲਿਆ ਤਾਂ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਲੁਕਣ ਦੀ ਥਾਂ ਵੀ ਨਹੀਂ ਲੱਭੇਗੀ। ਇਸ ਕਰਕੇ ਕਿਸਾਨ ਬੜੇ ਪੀਸਫੁਲੀ ਇੱਥੇ ਚੱਲ ਰਹੇ ਆ ਔਰ 4 ਤਰੀਕ ਨੂੰ ਜਿਹੜੀ ਵੀ ਮੀਟਿੰਗ ਹੋਣ ਜਾ ਰਹੀ ਹੈ, ਅਸੀਂ ਇਹੀ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਇਸ ਚੀਜ਼ ਨੂੰ ਖਤਮ ਕਰਨ। ਔਰ ਨਾਲ ਦੀ ਨਾਲ ਮੈਂ ਆਪਣੇ ਵਕੀਲ ਭਾਈਚਾਰੇ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਤਾਂ ਜੋ ਅਸੀਂ ਇੱਥੇ ਜਦੋਂ ਆਏ ਸੀਗੇ ਅਸੀਂ ਦੇਖਿਆ ਵੀ ਇੱਥੇ ਵਕੀਲ ਆ ਰਹੇ ਸੀਗੇ, ਲੇਕਿਨ ਪਰਮਾਨੈਂਟ ਕੋਈ ਵੀ ਇੱਥੇ ਬੈਠਾ ਨਹੀਂ ਸੀਗਾ। ਕੋਈ ਆਏ 1-2 ਦਿਨ ਰਹੇ ਚਲੇ ਗਏ। ਸਾਡੀ ਬਾਰ ਬਹੁਤ ਛੋਟੀ ਜੀ ਹੈ। ਸਾਡੇ ਪ੍ਰਧਾਨ ਜੀ ਰਜੰਤ ਮੋਂਗਾ ਜੀ ਨੇ ਬੜੀ ਵਧੀਆ ਐਫਰਟਸ ਕੀਤੀਆਂ। ਅਸੀਂ ਆਪਦੀਆਂ ਬਕਾਇਦਾ ਇੱਥੇ ਟਰਾਲੀਆਂ ਲੈ ਕੇ ਆਏ ਹਾਂ। ਤੁਹਾਡੇ ਮਾਧਿਅਮ ਰਾਹੀਂ ਅਸੀਂ ਪੂਰੀਆਂ 12 ਨੂੰ ਆਪਦੇ ਵੱਲੋਂ ਇਨਵੀਟੇਸ਼ਨ ਦਿੰਨੇ ਆ ਵੀ ਸਾਡੇ ਕੋਲੇ ਆ ਕੇ ਰਹੋ, ਸਾਡੇ ਨਾਲ ਇੱਥੇ ਜਿਹੜਾ ਮੋਰਚਾ ਪੱਕਾ ਲਾਇਆ ਗਿਆ ਉਹਦਾ ਹਿੱਸਾ ਬਣੋ, ਤਾਂ ਜੋ
ਜਿਹੜਾ ਇਹ ਕਿਸਾਨਾਂ ਦਾ ਅੰਦੋਲਨ ਹੈ, ਇਹ ਇਕੱਲਾ ਕਿਸਾਨਾਂ ਦਾ ਨਾ ਰਹਿ ਕੇ ਕਿਸਾਨ, ਵਕੀਲ, ਭਾਈਚਾਰਾ, ਹਰੇਕ ਤਰ੍ਹਾਂ ਦਾ ਵਰਗ ਜਿਹੜਾ ਇੱਥੇ ਆ ਕੇ ਪਰਮਾਨੈਂਟ ਬੈਠੇ। ਬਹੁਤ ਧੰਨਵਾਦ। ਤਾਂ ਇਹ ਵਕੀਲ ਭਾਈਚਾਰਾ ਜਿਹੜਾ ਇੱਥੇ ਗੁਰੂ ਹਰਸਹਾਏ ਤੋਂ ਆਇਆ, ਬਾਰ ਕੌਂਸਲ ਤੋਂ, ਤਾਂ ਇਹਨਾਂ ਦਾ ਕਹਿਣਾ ਇਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ, ਕਿਸਾਨਾਂ ਦੇ ਪੁੱਤ ਵੀ ਆ, ਤੇ ਜਿਹੜਾ ਇਹ ਇਫੈਕਟ ਹੈ ਇਹ ਸਾਰਿਆਂ ਤੇ ਪੈਣਾ ਹੈ, ਇਕੱਲੇ ਕਿਸਾਨ ਤੇ ਨਹੀਂ, ਹਰ ਸ਼ਹਿਰੀ ਤੇ ਪੈਣਾ ਹੈ, ਹਰ ਨਾਗਰਿਕ ਤੇ ਪੈਣਾ ਹੈ, ਤੇ ਦੇਸ਼ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਲਦੀ ਇਹ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਨੇ। ਫਿਲਹਾਲ ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ।